मेरे पिंड आए हो, ਤੁਹਾਡਾ बहुत सत्कार है। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ, ਅਸੀਂ 23 ਤਰੀਕ ਨੂੰ ਇੱਕ ਜਥਾ ਦਿੱਲੀ ਭੇਜਿਆ ਸੀ ਅਕਾਲ ਤਖਤ ਸਾਹਿਬ ਤੋਂ। ਸਰ ਜਸਕਰਨ ਸਿੰਘ ਮੇਰੇ ਕੋਲੇ ਬੈਠੇ ਹੈ, ਇਹਨਾਂ ਦੀ ਅਗਵਾਈ ਦੇ ਵਿੱਚ, ਤੇ ਆ ਬਾਕੀ ਦੇ 4 ਸਿੱਖ ਇੱਥੇ ਬੈਠੇ ਹੈ ਜਿਹੜੇ ਜਥੇ 'ਚ ਗਏ ਸੀਗੇ। ਇਹ ਦਿੱਲੀ ਪਹੁੰਚ ਗਏ ਸੀਗੇ। ਪਹਿਲਾਂ ਇਹਨਾਂ ਨੇ ਮੱਥਾ ਸ਼ਹੀਦਗੰਜ ਸਾਹਿਬ ਟੇਕਿਆ, ਫਿਰ ਇਹ ਰਕਾਬਗੰਜ ਚਲੇ ਗਏ। ਉੱਥੋਂ ਇਹ ਪਾਰਲੀਮੈਂਟ ਨੂੰ ਇਹਨਾਂ ਨੇ ਮਾਰਚ ਸ਼ੁਰੂ ਕੀਤੀ, ਪਰ ਦਿੱਲੀ ਦੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਤਾ। ਇਹ ਜਥਾ ਤਾਂ ਗਿਆ ਸੀ ਕਿਉਂ ਕਰਕੇ ਮੋਦੀ ਸਰਕਾਰ ਨੇ ਸਾਡੇ ਸਿੱਖ ਨੌਜਵਾਨਾਂ ਦੇ ਉੱਤੇ ਪਰਚੇ ਦਰਜ ਕੀਤੇ ਹੈ ਕਿ 26 ਜਨਵਰੀ ਨੂੰ ਉਹਨਾਂ ਨੇ ਲਾਲ ਕਿਲ੍ਹੇ ਦੇ ਉੱਤੇ ਸਿੱਖਾਂ ਦੇ ਨਿਸ਼ਾਨ ਸਾਹਿਬ ਚੜ੍ਹਾਤੇ ਸੀਗੇ। ਇਸ ਕਰਕੇ ਉਹਨਾਂ ਦੇ ਉੱਤੇ ਕੇਸ ਕੀਤੇ। ਅਸੀਂ ਕਹਿੰਦੇ ਹਾਂ ਕਿ ਇਸੀ ਮੋਦੀ ਸਰਕਾਰ ਨੇ ਜਦੋਂ ਚੀਨ ਦਾ ਮੋਰਚਾ ਲੱਦਾਖ ਦੇ ਵਿੱਚ ਨਹੀਂ ਸੀ ਟੁੱਟ ਰਿਹਾ, ਉਦੋਂ ਮੋਦੀ ਸਾਹਿਬ ਨੇ ਸਿੱਖ ਫੌਜਾਂ ਦੇ ਬਟਾਲੀਅਨਸ ਲੱਦਾਖ ਦੇ ਵਿੱਚ ਹੋਰ ਭੇਜੇ। ਜਦੋਂ ਲੱਦਾਖ ਦੇ ਵਿੱਚ ਸਿੱਖ ਫੌਜਾਂ ਗਈਆਂ, ਉਹਨਾਂ ਨੇ ਆਪਣੀ ਰਸਮ ਦੇ ਮੁਤਾਬਕ ਚੀਨ ਜਿੱਥੇ ਜਿੱਥੇ ਫੌਜ ਸੀ ਉਹਦੇ ਸਾਹਮਣੇ ਆਪਣੇ ਨਿਸ਼ਾਨ ਸਾਹਿਬ ਚੜ੍ਹਾਤੇ। ਉਸ ਤੋਂ ਬਾਅਦ ਚੀਨੀਆਂ ਨੂੰ ਵੀ ਪਤਾ ਲੱਗ ਗਿਆ ਕਿ ਜੇ ਸਿੱਖ ਫੌਜਾਂ ਵੀ ਆ ਗਈਆਂ, ਸਿੱਖ ਵੀ ਪਿੱਛੇ ਹੈ, ਤਾਂ ਫਿਰ ਅਸੀਂ ਕੋਈ ਸੌਦਾ ਪੱਤਾ ਕਰੀਏ। ਉਸ ਦਿਨ ਤੋਂ ਬਾਅਦ ਚੀਨ ਦਾ ਜਿਹੜਾ ਚਿਹਰਾ ਸੀ ਉਹ ਬਦਲ ਗਿਆ ਅਤੇ ਸੁਲ੍ਹਾ ਦੇ ਵਿੱਚ ਆ ਗਿਆ। ਹੁਣ ਮੈਂ ਪੁੱਛਦਾ ਹੈ ਕਿ ਜੇ ਸਰਕਾਰ ਨੇ ਆਪ ਸਿੱਖ ਫੌਜਾਂ ਚੀਨ ਦਾ ਮੁਕਾਬਲਾ ਕਰਨ ਦੇ ਲਈ ਭੇਜੀਆਂ ਅਤੇ ਸਿੱਖ ਫੌਜਾਂ ਨੇ ਉੱਥੇ ਨਿਸ਼ਾਨ ਸਾਹਿਬ ਚੜ੍ਹਾਤੇ ਹੈ, ਅਤੇ ਜੇ ਲਾਲ ਕਿਲ੍ਹੇ ਦੇ ਉੱਤੇ ਸਿੱਖ ਨੌਜਵਾਨਾਂ ਨੇ 26 ਤਰੀਕ ਨੂੰ ਰਿਪਬਲਿਕ ਡੇ ਨੂੰ ਜੇ ਨਿਸ਼ਾਨ ਸਾਹਿਬ ਲਾਲ ਕਿਲ੍ਹੇ ਦੇ ਉੱਤੇ ਚੜ੍ਹਾਏ ਹੈ, ਉਹਦਾ ਜ਼ੁਲਮ ਕੀ ਬਣਦਾ ਹੈਗਾ? ਇਹ ਤਾਂ ਸਿੱਖਾਂ ਦੀ ਨਿਸ਼ਾਨੀ ਹੈ। ਸਿੱਖ ਇੱਕ ਆਜ਼ਾਦ ਹੈਗੇ ਆ। ਅਸੀਂ ਇੰਡੀਆ ਦੀ ਕੌਂਸਟੀਟਿਊਸ਼ਨ ਦੇ ਉੱਤੇ ਦਸਤਖਤ ਨਹੀਂ ਕੀਤੇ ਹੈ। ਸਾਡੇ 2 ਨੁਮਾਇੰਦੇ ਸੀ ਜਿਹੜੀ ਕੌਂਸਟੀਟਿਊਸ਼ਨ ਬਣਾਉਣ ਵਾਲੀ ਕਮੇਟੀ ਦੇ ਵਿੱਚ ਸੀਗੇ, ਇੱਕ ਸਰਦਾਰ ਹੁਕਮ ਸਿੰਘ, ਦੂਸਰੇ ਸਰਦਾਰ ਭੁਪਿੰਦਰ ਸਿੰਘ ਮਾਨ। ਜਦੋਂ ਉਹਨਾਂ ਨੇ ਦੇਖਿਆ ਕਿ ਗਾਂਧੀ, ਨਹਿਰੂ, ਪਟੇਲ ਨੇ ਜਿਹੜੇ ਸਿੱਖਾਂ ਨਾਲ ਵਾਅਦੇ ਕੀਤੇ ਹੈ ਉਹ ਪੂਰੇ ਨਹੀਂ ਕੀਤੇ, ਤਾਂ ਉਹਨਾਂ ਨੇ ਸਿੱਖ ਕੌਮ ਦੀ ਤਰਫ ਤੋਂ ਸੰਵਿਧਾਨ ਦੇ ਉੱਤੇ ਦਸਤਖਤ ਨਹੀਂ ਕੀਤੇ ਹੈ। ਸੋ ਅਸੀਂ ਸਟੇਟਲੈਸ ਲੋਕ ਹੈਗੇ ਆ ਸਿੱਖ। ਅਸੀਂ ਅਮਨ ਪਸੰਦ ਤਰੀਕੇ ਨਾਲ ਰਹਿੰਦੇ ਹਾਂ। ਇਸ ਕਰਕੇ ਜਿਹੜਾ ਕਾਨੂੰਨ ਹੈ ਉਸ ਨੂੰ ਅਸੀਂ ਮੰਨ ਕੇ ਚੱਲਦੇ ਹਾਂ। ਪਰ ਅਸੀਂ ਜਿਵੇਂ ਕਹਿੰਦੇ ਹੈ ਕਿ ਮਹਾਰਾਜਾ ਹਰੀ ਸਿੰਘ ਕਸ਼ਮੀਰ ਨੇ ਲਿਖ ਕੇ ਦੇਤਾ ਸੀਗਾ ਕਿ ਮੈਂ ਕਸ਼ਮੀਰ ਨੂੰ ਇੰਡੀਆ ਦੇ ਨਾਲ ਲਾਉਂਦਾ ਹੈ, ਉਹੋ ਜਿਹੀ ਗੱਲ ਸਿੱਖਾਂ ਨੇ ਕਦੇ ਨਹੀਂ ਕੀਤੀ ਹੈਗੀ। ਸੋ ਜੇ ਲੱਦਾਖ ਦੇ ਵਿੱਚ ਨਿਸ਼ਾਨ ਸਾਹਿਬ ਜਾਇਜ਼ ਹੈ, ਫਿਰ ਸਾਡੇ ਸਿੱਖਾਂ ਦਾ ਲਾਲ ਕਿਲ੍ਹੇ ਦੇ ਉੱਤੇ ਵੀ ਨਿਸ਼ਾਨ ਸਾਹਿਬ ਚੜ੍ਹਾਉਣਾ ਜਾਇਜ਼ ਹੈ। ਇਸ ਤੋਂ ਪਹਿਲਾਂ ਬਾਬਾ ਬਘੇਲ ਸਿੰਘ ਨੇ ਜਦੋਂ ਦਿੱਲੀ ਫਤਿਹ ਕੀਤੀ ਹੈ 1783 ਦੇ ਵਿੱਚ, ਉਦੋਂ ਵੀ ਨਿਸ਼ਾਨ ਸਾਹਿਬ ਲਾਲ ਕਿਲ੍ਹੇ 'ਤੇ ਚੜ੍ਹਾਤੇ ਸੀਗੇ। ਸੋ ਜਦੋਂ ਸਾਡੇ ਬੱਚਿਆਂ ਦੇ ਉੱਤੇ ਕੇਸ ਦਰਜ ਕਰਤੇ, ਸਾਡੀ ਪਾਰਟੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜਨਮ ਦਿਨ ਦੇ ਉੱਤੇ 12 ਤਰੀਕ ਇੱਥੇ ਫਤਿਹਗੜ੍ਹ ਸਾਹਿਬ ਇਸੇ ਮਹੀਨੇ ਅਸੀਂ ਕਿਹਾ ਸੀ ਕਿ ਅਸੀਂ ਆਪਣੇ ਵਫਦ ਭੇਜਾਂਗੇ, ਅਸੀਂ ਸਿੰਘ ਭੇਜਾਂਗੇ, ਜਥੇ ਭੇਜਾਂਗੇ ਗ੍ਰਿਫਤਾਰੀ ਦੇ ਲਈ
कि असी सारी सिख कौम ने निशान साहब लाल किले ते चढ़ाए है ते ये केस साडे उत्ते नहीं होना नहीं होण देने चाहिए। तो इसे महीने की 23 तरीक नूं फरवरी नूं असी अकाल तख्त साहब तो पहला अपना जथा रवाना किया सीगा, जिहड़ा दिल्ली पहुंचया। ਉਹਦੇ ਮੋਹਰੀ ਸੀਗੇ ਜਸਕਰਨ ਸਿੰਘ ਜੀ ਤੇ ਆਹ 4 ਸਿੰਘ ਹੈਗੇ ਆ ਜਿਹੜੇ ਇੱਥੇ ਬੈਠੇ ਆ। ਇਹ ਉੱਥੇ ਪਹੁੰਚੇ, ਸ਼ੀਸ਼ਗੰਜ ਸਾਹਿਬ ਦੇ ਵਿੱਚ ਜਾ ਕੇ ਮੱਥਾ ਟੇਕਿਆ, ਫਿਰ ਰਕਾਬਗੰਜ ਸਾਹਿਬ ਚਲੇ ਗਏ। ਰਕਾਬਗੰਜ ਸਾਹਿਬ ਨੂੰ ਤੋਂ ਬਾਅਦ ਅਰਦਾਸ ਕਰਕੇ ਇਹ ਪਾਰਲੀਮੈਂਟ ਵੱਲ ਚੱਲੇ। ਉੱਥੇ ਦਿੱਲੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ, ਪਰ ਦਿੱਲੀ ਪੁਲਿਸ ਤੇ ਇੰਡੀਆ ਨੇ ਸੋਚਿਆ कि ये चीज़ सानू नहीं करनी चाहिए। ਜਿਹੜਾ मैं समझदा कि उन्होंने थोड़ा बहुता ज्ञान है कि सिखां दे नाल इस तरह जुल्म नहीं करना चाहिए। इन्हों गिरफ्तार करके फिर रात नूं दिल्ली दे बाहर जाके इन्हों छड्डता, ये वापस आ गए। साडा प्रण 12 फरवरी ਨੂੰ ਫਤਿਹਗੜ੍ਹ ਸਾਹਿਬ ਹੋਇਆ ਸੀ ਕਿ ਲਗਾਤਾਰ ਅਸੀਂ ਜਥੇ ਭੇਜਾਂਗੇ। ਹੁਣ 7 ਦਿਨਾਂ ਬਾਅਦ 2 ਮਾਰਚ ਨੂੰ ਬੀਬੀਆਂ ਦਾ ਜਥਾ ਜਾਊਗਾ ਦਮਦਮਾ ਸਾਹਿਬ ਤੋਂ, ਉਹ ਰਵਾਨਾ ਹੋਊਗਾ। ਉੱਥੇ ਜਾ ਕੇ ਜਸਕਰਨ ਸਿੰਘ ਤੇ ਇਹਨਾਂ ਦੀ ਪਾਰਟੀ ਉਹਨਾਂ ਨੂੰ ਰਿਸੀਵ ਕਰੂਗੀ ਤੇ ਗ੍ਰਿਫਤਾਰੀ ਦੇ ਲਈ ਉਹ ਪਾਰਲੀਮੈਂਟ ਨੂੰ ਚੱਲਣਗੇ। ਇਹ ਅੱਜ ਦਾ ਸੀਗਾ ਕਿ ਤੁਹਾਨੂੰ ਦੱਸਿਆ ਜਾਏ ਕਿ ਇਹ ਜਥੇ ਨੂੰ ਪਹਿਲਾਂ ਅਰੈਸਟ ਕੀਤਾ, ਫਿਰ ਰਾਤ ਨੂੰ ਇਹਨਾਂ ਨੂੰ ਛੱਡਤਾ। ਹੁਣ ਜਿਵੇਂ ਸਾਡਾ ਵਾਅਦਾ ਹੈਗਾ, ਪ੍ਰਣ ਕੀਤਾ ਕੌਮ ਨੂੰ, ਹੁਣ 2 ਤਰੀਕ ਮਾਰਚ ਨੂੰ ਬੀਬੀਆਂ ਦਾ ਜਥਾ ਜਾਊਗਾ। ਉਸ ਤੋਂ ਬਾਅਦ ਫਿਰ ਵਿੱਥ ਪਾ ਕੇ 7 ਦਿਨਾਂ ਦੀ ਫਿਰ ਜਥੇ ਜਾਂਦੇ ਰਹਿਣਗੇ, ਜਿੰਨਾ ਚਿਰ ਇਹ ਕੇਸ ਸਰਕਾਰ हुकूमत वापस नहीं लेंदी। दूसरा प्रोग्राम जिहड़ा असी देना है कि 400 साल शताब्दी 9वें पातशाह गुरु तेग बहादुर साहब की अप्रैल दे विच आ रही है ते 19 अप्रैल नूं असी सारी पार्टी जिन्ने भी सिंह जा सकते हैं, असी शीशगंज गुरुद्वारा साहब दिल्ली ਦੇ ਵਿੱਚ ਜਿੱਥੇ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਉੱਥੇ ਅਰਦਾਸ ਕਰਾਂਗੇ। ਫਿਰ ਸਾਡੇ ਹੱਥਾਂ ਦੇ ਵਿੱਚ ਨਿਸ਼ਾਨ ਸਾਹਿਬ ਹੋਣਗੇ। ਫਿਰ ਅਸੀਂ ਲਾਲ ਕਿਲੇ 'ਤੇ ਜਾਵਾਂਗੇ। ਉੱਥੇ ਕਿਉਂ ਜਾਵਾਂਗੇ? ਕਿਉਂ ਕਰਕੇ ਲਾਲ ਕਿਲੇ ਤੋਂ ਮੁਗਲ ਹਕੂਮਤ ਦੇ ਆਰਡਰ ਆਏ ਸੀਗੇ ਕਿ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਜਾਵੇ। ਲਾਲ ਕਿਲੇ ਜਾ ਕੇ ਅਸੀਂ ਨਿਸ਼ਾਨ ਸਾਹਿਬ ਫਿਰ ਉੱਥੇ ਚੜ੍ਹਾ ਦਾਂਗੇ। ਇਹ ਸਾਡਾ ਪ੍ਰੋਗਰਾਮ ਹੈ। ਅਮਨ ਪਸੰਦ ਹੈ, ਕਿਸੇ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ। ਅਤੇ ਜਿਹੜੇ ਹਾਂ ਅਤੇ 19 ਤਰੀਕ ਰਾਤ ਨੂੰ ਸ਼ਾਮ ਨੂੰ 19 ਅਪ੍ਰੈਲ ਨੂੰ ਸਾਰੇ ਸਿੱਖ ਅਤੇ ਪੰਜਾਬੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਮੰਨਦੇ ਹੈ, ਉਹ ਆਪਣੇ ਘਰਾਂ ਦੇ ਉੱਤੇ ਨਿਸ਼ਾਨ ਸਾਹਿਬ ਚੜ੍ਹਾ ਦੇਣਗੇ। मैं आस करदा तुसीं सारे चढ़ाओगे। ये बहुत वड्डा दिन आ रहा है गुरु तेग बहादुर साहब का, जिन्हां ने ह्यूमन राइट्स के लिए, मनुखी अधिकारां के लिए उन्होंने अपनी शहादत दी है। सो होर जिहड़ी चीज़ तुसीं मैनूं पुछनी है पुछ लो। हाँ, जिहड़ा एक RSS का लीडर है इंद्रेश कुमार, इसने वाहियात बयान दिते है कि RSS हुण कराची जाऊगी, उत्थे दुकानां खोलूगी, लाहौर दे विच दुकानां खोलूगी। मैं दसना चाहुंदा कि RSS साहब तुहानूं कई बारी कहा कि तुसीं चीन जिहड़ी लद्दाख दे विच वड़ गई है, उत्थे फौजां दा तां पता लैके आओ, पर कोई भी RSS का बंदा उत्थे नहीं गया। इस तरह सानू ना कहो। असी प्राइम मिनिस्टर को चिट्ठी लिखी सी कि सानू इजाजत दिओ,
ਅਸੀਂ ਫੌਜ ਦਾ ਪਤਾ ਲੈਣ ਜਾਣਾ ਹੈ, ਪਰ ਸਾਨੂੰ ਇਜਾਜ਼ਤ ਨਹੀਂ ਦਿੱਤੀ। ਪਰ ਜਿਹੜੇ RSS ਵਾਲੇ ਕਹਿੰਦੇ ਆ ਕਿ ਅਸੀਂ ਚੀਨ ਦੇ ਨਾਲ ਟਾਕਰਾ ਲੈਣਾ ਹੈ, ਫਿਰ ਉੱਥੇ ਫੌਜ ਦਾ ਪਤਾ ਤਾਂ ਲੈ ਕੇ ਆਉਣ। ਬਿਲਕੁਲ ਕੋਈ ਨਹੀਂ ਗਿਆ ਹੈਗਾ। ਫਿਰ ਕਹਿੰਦੇ ਜਿਹੜੇ ਕਿਸਾਨਾਂ ਦਾ ਮੋਰਚਾ ਹੈ ਉਹ ਅਸੀਂ ਖਤਮ ਤੇ ਤਬਾਹ ਕਰ ਦੇਣਾ। ਇਸ RSS ਦੇ ਬੰਦੇ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਤਬਾਹ ਤੁਸੀਂ ਪਹਿਲਾਂ ਹੋਗੇ, ਫਿਰ ਕਿਸਾਨ ਮੋਰਚਾ ਨੂੰ ਕੁਛ ਕਰਿਓ। ਅਤੇ ਕਿਸਾਨ ਮੋਰਚੇ ਵਾਲਿਆਂ ਨੇ 3 ਮਹੀਨੇ ਦੇਖ ਲਿਆ। ਜਿਹੜਾ ਐਗਰੀਕਲਚਰ ਮਿਨਿਸਟਰ ਹੈ ਤੋਮਰ ਸਾਹਿਬ, ਉਹਨਾਂ ਦੇ ਹੱਥ ਦੇ ਵਿੱਚ ਕੁਛ ਨਹੀਂ ਹੈ। ਜੇ ਗੱਲ ਪਗਾਉਣੀ ਹੈ ਆਪਣੀ, ਸਿੱਧੀ ਗੱਲ ਹੁਣ ਮੋਦੀ ਪ੍ਰਾਈਮ ਮਿਨਿਸਟਰ ਸਾਹਿਬ ਦੇ ਨਾਲ ਹੋਣੀ ਚਾਹੀਦੀ ਹੈ। ਹੇਠਲੇ ਵਜ਼ੀਰ ਵਜ਼ੂਰ ਦੇ ਨਾਲ ਕੋਈ ਨਹੀਂ ਹੈ। ਐਵੇਂ ਫਿਰ ਜੇ ਕਰੋਗੇ ਤਾਂ ਕੁੱਤੇ ਖੱਸੀ ਹੋਣਗੇ। ਉਹਨਾਂ ਕੁੱਤੇ ਖੱਸੀ ਕਰਨ ਦਾ ਹੁਣ ਮੌਕਾ ਨਹੀਂ ਹੈ। ਗਰਮੀਆਂ ਆ ਗਈਆਂ, ਹੁਣ ਕਣਕ ਗਾਉਣ ਵਾਲੀ ਹੈ। ਕਣਕਾਂ ਦੇ ਉੱਤੇ ਜਾਣਾ ਆਪਾਂ ਨੇ, ਪਰ ਆਪਾਂ ਨੇ ਮੋਰਚਾ ਨਹੀਂ ਛੱਡਣਾ। ਸਾਡੀ ਪਾਰਟੀ ਇਸ ਮੋਰਚੇ ਨੂੰ ਪੂਰਾ ਸਪੋਰਟ ਦੇ ਰਹੀ ਹੈ, ਉਹ ਦਊਗੀ।